ਧੰਨ ਵਾਹਿਗੁਰੂ ਜੀਓ। ਗੌੜੀ ਜਿਉ ਕਪ ਕੇ ਕਰ ਮੁਸ਼ਟ ਚਰਨ ਕੀ, ਲੁਭਦ ਨਾ ਤਿਆਗ ਦਇਓ। ਜੋ ਜੋ ਕਰਮ ਕੀਏ ਲਾਲਚ ਸਿਉ, ਤੇ ਫਿਰ ਗ੍ਰਹਿ ਪਰਿਓ। ਭਗਤ ਬਿਨ ਬਿਰਥੇ ਜਨਮ ਗਇਓ। ਸਾਧ ਸੰਗਤ ਭਗਵਾਨ ਭਜਨ ਬਿਨ, ਕਹੀਂ ਨਾ ਸਚ ਰਹਿਓ। ਰਹਾਉ ਜਿਉ ਉਦਿਆਨ ਕੁਸਮ ਪਰਫੁੱਲਿਤ, ਕਿਨਹੈ ਨਾ ਘਰਾਉ ਲਇਓ। ਤੈਸੇ ਭ੍ਰਮਤ ਅਨੇਕ ਜੋਨ ਮਹਿ, ਫਿਰ ਫਿਰ ਕਾਲ ਹਇਓ। ਯਾ ਧਨ ਜੋਬਨ ਅਰ ਸੁਤ ਦਾਰਾ, ਭੀਖਨ ਕੋ ਜੋ ਦਇਓ। ਤਿਨਹੀ ਮਾਹੇ ਅਟਕ ਜੋ ਉਰਜੇ, ਇੰਦਰੀ ਪ੍ਰੇਰ ਲਇਓ। ਔਦ ਅਨਲ ਤਨ ਤਿਨ ਕੋ ਮੰਦਰ, ਚਹੁ ਦਿਸ ਠਾਠ ਉਠਿਓ। ਕਹਿ ਕਬੀਰ ਭੈ ਸਾਗਰ ਤਰਨ ਕੋ, ਮੈਂ ਸਤਿਗੁਰ ਓਟ ਲਇਓ। ਔਦ ਅਨਲ ਤਨ ਤਿਨ ਕੋ ਮੰਦਰ, ਚਹੁ ਦਿਸ ਠਾਠ ਉਠਿਓ। ਕਹਿ ਕਬੀਰ ਭੈ ਸਾਗਰ ਤਰਨ ਕੋ, ਮੈਂ ਸਤਿਗੁਰ ਓਟ ਲਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ, ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਪ੍ਰੇਮ ਸਤਿਕਾਰ ਸਹਿਤ ਸਰਵਣ ਕੀਤੇ ਹਨ। ਸੋ ਜਿਸ ਪਾਵਨ ਸ਼ਬਦ ਆਪ ਜੀ ਨੇ ਪਾਠ ਸਰਵਣ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 336 ਉੱਪਰ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਗੌੜੀ ਰਾਗ ਦੇ ਭਗਤ ਬਾਣੀ ਵਿੱਚ ਦਰਜ ਹੈ। ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਵਿੱਚ
ਬੜੀ ਕੀਮਤੀ ਸੇਧ ਮਨੁੱਖਾ ਜੀਵਨ ਨੂੰ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਭਗਤੀ ਸ਼ਬਦ ਨੂੰ ਬਹੁਤ ਉੱਚਾ ਰੁਤਬਾ ਅਤੇ ਮਹੱਤਤਾ ਦਿੰਦੀ ਹੈ ਔਰ ਇਸ ਦੀ ਵਿਆਖਿਆ ਤੇ ਐਕਸਪਲੇਨੇਸ਼ਨ ਦਿੰਦੀ ਹੈ। ਭਗਤੀ ਤੋਂ ਭਾਵ ਉਪਾਸਨਾ, ਦਿਲ ਵਿੱਚ ਪ੍ਰੇਮ ਅਤੇ ਸਮਰਪਣ ਭਾਵ ਸਿਰਜਣਹਾਰ ਪਰਮੇਸ਼ਰ ਦੇ ਪ੍ਰਤੀ ਹੋਵੇ ਤਾਂ ਭਗਤੀ ਦਾ ਮਾਰਗ ਜਿਹੜਾ ਹੈ ਉਹ ਤੈਅ ਕੀਤਾ ਜਾ ਸਕਦਾ ਹੈ। ਇਉਂ ਸਮਝੋ ਕਿ ਇੱਕ ਪ੍ਰੋਸੈਸ ਹੈ, ਇੱਕ ਸਫ਼ਰ ਹੈ, ਜਿੱਥੇ ਪਹਿਲੀਆਂ ਲੋੜੀਂਦੀਆਂ ਚੀਜ਼ਾਂ ਹਨ ਤੁਹਾਡੇ ਅੰਦਰ ਪ੍ਰੇਮ ਅਤੇ ਸਮਰਪਣ ਭਾਵ। ਸਮਰਪਣ ਭਾਵ ਵੀ ਪ੍ਰੇਮ ਕਰਕੇ ਹੀ ਕੀਤਾ ਜਾ ਸਕਦਾ ਹੈ, ਸਵਾਰਥ ਕਰਕੇ ਨਹੀਂ ਕੀਤਾ ਜਾ ਸਕਦਾ। ਪਰਮੇਸ਼ਰ ਨੂੰ ਆਪਣੇ ਅੰਗ ਸੰਗ ਜਾਣਨਾ, ਸਰਵ ਵਿਆਪਕ ਸਮਝਣਾ, ਉਸ ਦੀ ਹੋਂਦ ਦਾ ਹਰ ਪਲ ਅਹਿਸਾਸ ਕਰਨਾ, ਇਸ ਕੁੱਲ ਕਾਇਨਾਤ ਔਰ ਮਖਲੂਕ ਦੇ ਵਿੱਚ ਉਸ ਦੀ ਜੋਤ ਨੂੰ ਮਹਿਸੂਸ ਕਰਨਾ, ਉਹੀ ਸਿਰਜਣਹਾਰ, ਉਹੀ ਸੰਸਾਰ ਨੂੰ ਚਲਾਉਣ ਵਾਲਾ ਤੇ ਘਾਲਕ ਹੈ। ਉਸ ਦਾ ਹੁਕਮ ਜੋਤ ਸੱਤਾ ਹੀ ਚੁਫੇਰੇ ਵਰਤਦੀ ਹੈ। ਪਰਮੇਸ਼ਰ ਦੇ ਪ੍ਰਤੀ ਐਸਾ ਇਕਤਾਦ, ਯਕੀਨ ਔਰ ਭਰੋਸਾ ਪਾਲ ਕੇ ਆਪਣੇ ਅੰਦਰ ਉਸ ਵਾਹਿਗੁਰੂ ਦੇ ਪ੍ਰਤੀ ਸਮਰਪਣ ਭਾਵ ਰੱਖਦਿਆਂ ਉਸ ਦੇ ਗੁਣਾਂ ਤੋਂ ਮੁਤਾਸਰ ਹੋਣਾ, ਪ੍ਰਭਾਵਿਤ ਹੋਣਾ, ਵਾਹਿਗੁਰੂ ਦੇ ਅਨੁਭਵ ਨਾਲ ਜੁੜਨਾ, ਅਹਿਸਾਸ ਨਾਲ ਜੁੜਨਾ, ਆਪਣੇ ਕਰਮ ਨੂੰ, ਆਪਣੇ ਮਨ ਨੂੰ ਔਰ ਆਪਣੇ ਬਚਨਾਂ ਨੂੰ, ਤਿੰਨਾਂ ਨੂੰ ਹੀ ਇੱਕ ਸੁਰ ਕਰਨਾ ਔਰ ਪਵਿੱਤਰਤਾਈ ਦੇ ਨਾਲ ਜੀਵਨ ਜੀਣ ਦਾ ਯਤਨ ਕਰਨਾ, ਬਿਨਾਂ ਮਨ ਦੇ ਅੰਦਰ ਕੋਈ ਮੈਲ ਰੱਖਿਆ। ਵਿਸ਼ੇ ਵਕਾਰਾਂ ਦੀ ਇਸ ਪ੍ਰਭਾਵੀ ਮਾਇਆਵੀ ਜੋ ਸ਼ਕਤੀ ਹੈ, ਜੋ ਪ੍ਰਭਾਵ ਹੈ, ਇਸ ਤੋਂ ਆਪਣੇ ਸੁਰਤ ਮਨ ਨੂੰ ਮੁਕਤ ਰੱਖਣਾ, ਪਾਕ ਰੱਖਣਾ, ਇਹ ਭਗਤੀ ਮਾਰਗ ਦੇ ਮੁੱਖ ਨਿਸ਼ਾਨੇ। ਮਨ ਨੂੰ ਇੱਕ ਆਈਡੀਅਲ ਜੀਵਨ ਹੈ, ਸੁਰਤ ਉੱਚੀ ਰੱਖਣੀ, ਮਨ ਨੂੰ ਨੀਵਿਆਂ ਰੱਖਣਾ, ਮਤ ਨੂੰ ਉੱਚਿਆਂ ਰੱਖਣਾ। ਇਸ ਨੂੰ ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਲਾਹਿਆ ਗਿਆ ਹੈ, ਇਸ ਦੀ ਸ਼ੋਭਾ ਕੀਤੀ ਗਈ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸੇ ਕਰਕੇ ਫਰਮਾਇਆ ਹੈ, ਭਗਤ ਬਿਨ ਬਿਰਥੇ ਜਨਮ ਗਏ। ਕਹਿੰਦੇ ਉਹਦੀ ਇਬਾਦਤ ਤੋਂ ਬਿਨਾਂ, ਇਹਨੂੰ ਆਪਾਂ ਭਗਤੀ ਕਹੀਏ, ਇਹਨੂੰ ਇਬਾਦਤ ਕਹੀਏ, ਇਹਨੂੰ ਨਾਮ ਜਪਣਾ ਕਹੀਏ, ਇਹਨੂੰ ਸਿਮਰਨ ਕਰਨਾ ਕਹੀਏ, ਹਜ਼ੂਰ ਕਹਿੰਦੇ ਨੇ ਇਸ ਮਾਰਗ ਤੇ ਚੱਲੇ ਤੋਂ ਬਿਨਾਂ, ਭਾਵ ਭਗਤੀ ਕੀਤੇ ਤੋਂ ਬਿਨਾਂ ਜਿਹੜਾ ਮਨੁੱਖਾ ਜੀਵਨ ਹੈ, ਹੇ ਭਾਈ, ਉਹ ਵਿਅਰਥ ਚਲਿਆ ਜਾਂਦਾ ਹੈ, ਅਕਾਰਥ ਜਾਂਦਾ ਹੈ। ਉਹਦਾ ਕੋਈ ਲਾਭ, ਜਿਵੇਂ ਹਜ਼ੂਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ 12 ਮਾਹ ਦੀ ਬਾਣੀ ਦੀ ਆਰੰਭਤਾ ਕਰਦਿਆਂ ਜਿਹੜਾ ਪਹਿਲਾ ਪਦਾ ਹੈ, 12 ਮਾਹ ਦੇ ਕੁੱਲ 14 ਬੰਦ ਹਨ, 14 ਪਦੇ ਹਨ। ਪਹਿਲਾ ਔਰ ਆਖਰੀ ਜਿਹੜਾ ਹੈ, ਉਹਦੇ ਵਿਚਕਾਰ 12 ਜਿਹੜੇ ਪਦੇ ਹਨ, ਉਹ ਚੇਤ ਮਹੀਨੇ ਤੋਂ ਲੈ ਕੇ ਫਲਗੁਣ ਤੱਕ 12 ਮਹੀਨਿਆਂ ਦਾ ਸੰਕੇਤ ਵਰਤ ਕੇ ਮਹਾਰਾਜ ਨੇ ਉਪਦੇਸ਼ ਦਿੱਤਾ। ਪਹਿਲੇ ਪਦੇ ਵਿੱਚ ਹਜ਼ੂਰ ਨੇ ਕਿਹਾ, ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇੜੋ ਰਾਮ, 4 ਕੁੰਟ 10 ਦਿਸ਼ ਭ੍ਰਮੇ ਥਾ ਕੇ ਆਏ ਪ੍ਰਭ ਕੀ ਸ਼ਾਮ। ਸ਼ਾਮ ਦਾ ਅਰਥ ਹੈ ਸ਼ਰਨ ਆਉਣਾ। ਫਿਰ ਕੁਝ ਉਦਾਹਰਨਾਂ ਬੜੀਆਂ ਬਾ ਕਮਾਲ ਦਿੰਦੇ। ਕਹਿੰਦੇ ਮੰਨ ਲਓ ਕੋਈ ਜ਼ਿਮੀਂਦਾਰ, ਕੋਈ ਗਵਾਲਾ ਪਸ਼ੂ ਪਾਲਦਾ ਹੈ, ਗਾਂ ਰੱਖਦਾ ਹੈ, ਤੇ ਉਹ ਗਾਂ ਆਦਿਕ ਕਿਉਂ ਰੱਖਦਾ ਹੈ, ਕਿਉਂ ਉਹਦੀ ਸੇਵਾ ਕਰਦਾ ਹੈ? ਸਮੇਂ ਸਿਰ ਉਸ ਨੂੰ ਪੱਠੇ ਚਾਰਾ ਪਾਉਂਦਾ ਹੈ, ਪਾਣੀ ਪਿਆਉਂਦਾ ਹੈ, ਉਹਦੀ ਖੁਰਾਕ ਦਾ, ਧੁੱਪ ਛਾਂ ਦਾ, ਪਰਿਵਾਰ ਦੇ ਜੀਆਂ ਵਾਂਗ ਉਹਦਾ ਪਾਲਣ ਪੋਸ਼ਣ ਕਰਦਾ ਹੈ। ਕਿਉਂ? ਕਿਉਂਕਿ ਉਹ ਦੁੱਧ ਦੀ ਪ੍ਰਾਪਤੀ ਚਾਹੁੰਦਾ ਹੈ। ਉਸ ਤੋਂ ਜੋ ਲਾਭ ਉਸ ਨੂੰ ਮਿਲਣਾ ਚਾਹੀਦਾ ਹੈ, ਉਹ ਉਹਦਾ ਅਧਿਕਾਰੀ ਹੈ।
ਵੀ ਮੈਂ ਇੱਕ ਪਸ਼ੂ ਪਾਲ ਰਿਹਾ, ਗਾਂ ਜਾਂ ਮੱਝ ਪਾਲ ਰਿਹਾ, ਤਾਂ ਜੇ ਮੈਂ ਪਾਲ ਉਸ ਨੂੰ ਦੁੱਧ ਕਰਕੇ ਰਿਹਾ ਤਾਂ ਉਸ ਦੀ ਸੇਵਾ ਕਰਦਾ ਹਾਂ, ਉਸ ਦਾ ਧਿਆਨ ਔਰ ਖਿਆਲ ਰੱਖਦਾ ਹਾਂ, ਉਸ ਦੀ ਪਰਵਰਿਸ਼ ਕਰਦਾ, ਪਾਲਣ ਕਰਦਾ ਹਾਂ। ਪਰ ਜਿਸ ਪਰਪਸ ਲਈ ਉਸ ਨੂੰ ਪਾਲਿਆ ਤੇ ਉਸ ਦੀ ਸੰਭਾਲ ਕੀਤੀ ਜਾ ਰਹੀ ਹੈ, ਜੇ ਉਹ ਮਕਸਦ ਪੂਰਾ ਨਹੀਂ ਹੁੰਦਾ, ਦੁੱਧ ਉਹ ਪਸ਼ੂ ਨਹੀਂ ਦਿੰਦਾ, ਤਾਂ ਉਸ ਪਾਲਣ ਵਾਲੇ ਲਈ ਉਹ ਕਿਸੇ ਕੰਮ ਦਾ ਨਹੀਂ। ਧੀਨ ਦੁੱਧੈ ਤੇ ਬਾਹਰੀ ਕਿਤੈ ਨਾ ਆਵੈ ਕਾਮ। ਅੱਗੇ ਸ਼ਬਦ ਵਰਤਿਆ ਜਲ ਬਿਨ ਸ਼ਾਖ ਕੁਮਲਾਵਤੀ। ਬੜਾ ਸੋਹਣਾ ਵੱਤਰ ਹੋਵੇ, ਬੀਜ ਪਾਇਆ ਹੋਵੇ, ਫਸਲ ਪ੍ਰਫੁੱਲਤ ਹੋ ਰਹੀ ਹੋਵੇ, ਪਾਣੀ ਨਾ ਮਿਲੇ ਤੇ ਫਸਲ ਸੁੱਕ ਜਾਏਗੀ। ਜਦੋਂ ਫਸਲ ਨੂੰ ਪਾਣੀ ਨਾ ਮਿਲਿਆ, ਖੁਰਾਕ ਨਾ ਮਿਲੀ, ਤਾਂ ਸੁੱਕੀ ਹੋਈ ਫਸਲ ਜਿਹੜੀ ਹੈ ਉਹਦੇ ਤੋਂ ਕੋਈ ਲਾਭ ਜ਼ਿਮੀਂਦਾਰ ਕਿਸਾਨ ਨੂੰ ਨਹੀਂ ਹੋ ਸਕਦਾ। ਨਾ ਅਨਾਜ ਪੈਦਾ ਹੋਏਗਾ ਤੇ ਨਾ ਉਹਦੇ ਘਰ ਖੁਸ਼ਹਾਲੀ ਆਏਗੀ। ਮਹਾਰਾਜ ਕਹਿੰਦੇ ਨੇ ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾਹੀ ਦਾਮ। ਇਸੇ ਤਰ੍ਹਾਂ ਹਜ਼ੂਰ ਨੇ ਕਿਹਾ ਹਰ ਨਾਹ ਨਾ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ। ਜਿਵੇਂ ਦੁੱਧ ਤੋਂ ਬਿਨਾਂ ਦੁਧਾਰੂ ਪਸ਼ੂ ਕਿਸੇ ਅਰਥ ਨਹੀਂ ਹੈ, ਪਾਲਣ ਵਾਲੇ ਨੂੰ ਉਸ ਦਾ ਕੋਈ ਲਾਭ ਨਹੀਂ ਹੈ, ਧਿਆਨ ਰੱਖਣ ਵਾਲੇ ਨੂੰ ਉਹਦਾ ਕੋਈ ਲਾਭ ਨਹੀਂ ਹੈ। ਪਾਣੀ ਤੋਂ ਬਿਨਾਂ ਜਿਵੇਂ ਫਸਲ ਸੁੱਕ ਜਾਏ ਤੇ ਉਹ ਦਾਮ ਖੁਸ਼ਹਾਲੀ ਪੈਦਾ ਨਹੀਂ ਕਰ ਸਕਦੀ ਕਿਸਾਨ ਦੇ ਘਰ ਵਿੱਚ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਹਰੀ ਵਾਹਿਗੁਰੂ ਦੇ ਚੇਤੇ ਤੋਂ ਬਿਨਾਂ, ਪਰਮੇਸ਼ਰ ਦੀ ਯਾਦ ਹਾਨੀ ਤੋਂ ਬਿਨਾਂ, ਵਾਹਿਗੁਰੂ ਦੇ ਨਾਮ ਨੂੰ ਜ਼ਿਹਨ ਨਸ਼ੀਨ ਕੀਤੇ ਤੋਂ ਬਿਨਾਂ, ਹਜ਼ੂਰ ਕਹਿੰਦੇ ਨੇ ਕਤ ਪਾਈਆ ਬਿਸਰਾਮ। ਬਿਸਰਾਮ ਦਾ ਅਰਥ ਟਿਕਾਣਾ, ਸਹੀ ਜਗ੍ਹਾ, ਟਿਕਾਓ, ਸਹਜ। ਇਸੇ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਿੰਤਨ ਤੋਂ ਬਿਨਾਂ, ਉਹਦੀ ਭਗਤੀ ਦੇ ਮਾਰਗ ਤੇ ਚੱਲੇ ਤੋਂ ਬਿਨਾਂ ਜੀਵਨ ਨੂੰ ਅਸਲ ਟਿਕਾਣਾ ਨਹੀਂ ਮਿਲਦਾ। ਮਨ ਅਸਲ ਨਿਜ ਘਰ ਦਾ ਵਾਸੀ ਤੇ ਸਹਿਜ ਸੁਭਾਅ ਵਾਲਾ ਨਹੀਂ ਬਣਦਾ। ਇਹਦੇ ਅੰਦਰ ਇੱਕ ਭਟਕਣਾ, ਇੱਕ ਡਿਸਟਰਬੈਂਸ ਜਿਹੜੀ ਇਰੀਟੇਸ਼ਨ ਸਦਾ ਬਣੀ ਰਹਿੰਦੀ, ਇੱਕ ਤਕਲੀਫ ਦੇ ਰਾਹ ਦੇ ਉੱਤੇ ਹੀ ਸਫ਼ਰ ਕਰਦਾ ਰਹਿੰਦਾ। ਤੋ ਇਸ ਨੂੰ ਮਹਾਰਾਜ ਨੇ ਵਿਅਰਥ ਜੀਵਨ ਕਿਹਾ, ਅਕਾਰਥ। ਸਤਿਗੁਰੂ ਕਹਿੰਦੇ ਨੇ ਭਗਤ ਬਿਨ ਬਿਰਥੇ ਜਨਮ ਗਇਓ, ਸਾਧ ਸੰਗਤ ਭਗਵਾਨ ਭਜਨ ਬਿਨ ਕਹੀਂ ਨਾ ਸੱਚ ਰਹਿਓ। ਹਜ਼ੂਰ ਮਹਾਰਾਜ ਨੇ ਕਿਆ ਕਹਿਣ ਲੱਗੇ, ਜੇ ਵਾਹਿਗੁਰੂ ਅਕਾਲ ਪੁਰਖ ਦਾ ਚੇਤਾ ਮਨ ਵਿੱਚ ਰੱਖਣਾ ਤਾਂ ਉਹਦੇ ਲਈ ਇੱਕ ਪ੍ਰੋਸੈਸ ਹੈ, ਇੱਕ ਤਰੀਕਾ ਹੈ, ਇੱਕ ਜੁਗਤ ਹੈ। ਉਹ ਕੀ ਹੈ? ਗੁਰੂ ਦੀ ਸੋਹਬਤ। ਸਾਧ ਸੰਗਤ ਦਾ ਅਰਥ ਹੈ ਗੁਰੂ ਦੀ ਸੰਗਤ, ਗੁਰੂ ਦੀ ਸੋਹਬਤ, ਗੁਰੂ ਦੀ ਨੇੜਤਾ, ਗੁਰੂ ਮੁਤਾਬਕ, ਗੁਰੂ ਸ਼ਬਦ ਮੁਤਾਬਕ ਆਪਣੇ ਆਪ ਨੂੰ ਢਾਲਣਾ, ਗੁਰੂ ਉਪਦੇਸ਼ ਦੀ ਕਮਾਈ ਕਰਨੀ, ਉਹਦੇ ਲਈ ਆਪਣੇ ਆਪ ਨੂੰ ਵਕਫ ਕਰ ਦੇਣਾ, ਸਮਰਪਿਤ ਕਰ ਦੇਣਾ, ਤੇ ਉਹਦੇ ਮੁਤਾਬਕ ਆਪਣੀ ਸੁਰਤ, ਮਨ, ਬੁੱਧ ਅਤੇ ਕਰਮ, ਮਨ, ਬਚਨ ਨੂੰ ਇੱਕ ਸੁਰ ਕਰ ਲੈਣਾ। ਸਾਧ ਸੰਗਤ। ਇਵੇਂ ਗੁਰੂ ਦੀ ਸੰਗਤ ਵਿੱਚ ਆਏ ਬਿਨਾਂ ਤੇ ਗੁਰੂ ਦੀ ਸੰਗਤ ਨੂੰ ਮਾਣਦਿਆਂ ਹੋਇਆਂ ਭਗਵਾਨ ਭਜਨ ਬਿਨ, ਪਰਮੇਸ਼ਰ ਦੀ ਯਾਦ ਵਿੱਚ ਜੁੜੇ ਬਿਨਾਂ ਕਹੀਂ ਨਾ ਸੱਚ ਰਹਿਓ। ਹਜ਼ੂਰ ਕਹਿੰਦੇ ਕਿਸੇ ਵੀ ਹਿਰਦੇ ਵਿੱਚ ਸੱਚੇ ਵਾਹਿਗੁਰੂ ਦਾ ਵਾਸਾ ਨਹੀਂ ਹੋ ਸਕਦਾ। ਪਰਮੇਸ਼ਰ ਵਾਹਿਗੁਰੂ ਉਸ ਮਨੁੱਖ ਦੀ ਯਾਦ ਹਾਨੀ ਦਾ ਉਹਦੇ ਜੀਵਨ ਕਿਰਦਾਰ ਦਾ ਹਿੱਸਾ ਨਹੀਂ ਬਣ ਸਕਦਾ। ਉਹਦਾ ਅਹਿਸਾਸ ਉਸ ਮਨੁੱਖ ਦੇ ਅੰਦਰ ਪਰਮਾਨੈਂਟਲੀ ਨਹੀਂ ਹੋ ਸਕਦਾ। ਜਿਹੜਾ ਜੀਵ ਗੁਰੂ ਦੀ ਨੇੜਤਾ ਅਤੇ ਪਰਮੇਸ਼ਰ ਦੀ ਇਬਾਦਤ, ਇਹਨਾਂ ਦੋ ਨੁਕਤਿਆਂ ਤੋਂ ਖੁੰਝ ਜਾਏਗਾ, ਜਿਹੜਾ ਜੀਵ ਇਹਨਾਂ ਦੋ ਦਾਤਾਂ ਨੂੰ ਵਿਸਾਰਦਾ ਹੈਗਾ, ਇਹਨਾਂ ਦੋਨਾਂ ਚੀਜ਼ਾਂ ਨੂੰ ਚੇਤੇ ਵਿੱਚ ਨਹੀਂ ਰੱਖੇਗਾ ਔਰ ਇਹਨਾਂ ਨਾਲ ਨਹੀਂ ਜੁੜੇਗਾ, ਉਹ ਪਰਮੇਸ਼ਰ ਵਾਹਿਗੁਰੂ ਦਾ ਵਾਸਾ ਆਪਣੇ ਹਿਰਦੇ 'ਚ ਨਹੀਂ ਕਰਵਾ ਸਕਦਾ। ਕੁਝ ਉਦਾਹਰਨਾਂ ਫਿਰ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਵਿੱਚ ਦਿੱਤੀਆਂ। ਹਜ਼ੂਰ ਨੇ ਕਿਹਾ, ਜਿਉਂ ਕੱਪ ਕੇ ਕਰ ਮੁਸ਼ਟ ਚਨਨ ਕੀ। ਆਪਾਂ ਪਿੱਛੇ ਇੱਕ ਸ਼ਬਦ ਪੜ੍ਹਿਆ ਸੀ, 57 ਨੰਬਰ ਸ਼ਬਦ ਹੈ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ। ਉਹਦੇ ਵਿੱਚ ਇੱਕ ਉਦਾਹਰਣ ਮਹਾਰਾਜ ਨੇ ਬਿਲਕੁਲ ਰਲਦੀ ਮਿਲਦੀ ਭਗਤ ਕਬੀਰ ਜੀ ਨੇ ਦਿੱਤੀ। ਉਦਾਹਰਣ ਇਹ ਸੀ
मरकट मुष्टि अनाज की मन बौरा रे, लीनी हाथ पसार छूटन को सांसा परया मन बौरा रे, नाच्यो घर घर बार। बांदर बड़ा चंचल जीव है, एक जगह ते नहीं टिकदा। एक दरख्त उत्ते भी होवे तो इधर उधर दौड़दा भजदा रहिंदा। बड़ा चंचल है, चलाक भी है, शैतान भी है। उसनूं जदों काबू करना है, मान लो एक मदारी नूं लोड़ है भी उन्हें बांदर रखना है, तो आपां भारत विच मदारी वेखे ने, वो अपने इशारियां दे उत्ते नचाउंदे ने, अपने कहे मुताबक बांदर नूं नचण लई कहिंदे ने, उहदे कोलों खेड तमाशे कराउंदे ने, ते इवें उन्हां दी रोजी रोटी दा वसीला चलदा रहिंदा। पर हैरानी हुंदी है भी इन्ना चंचल शरारती सुभाव दा प्राणी जीव जानवर वो बांदर इहदे काबू किवें आ गया, तो इहदे इशारे ते किवें नची जांदा, पूरियां ठखेलियां खेल तमाशा करदा। उन्होंने काबू किया, एक बर्तन छोटा जिहा तंग मूँह वाला लैके ਉਹਦੇ ਵਿੱਚ ਉਸਨੇ चने छोले आदि ਜਾਂ होर ऐसे दाने अनाज पा के ਜਿਹੜਾ ਉਹਨੂੰ ਪਸੰਦ ਹੈ ਉਹਨੂੰ ਮਿੱਟੀ 'ਚ ਦੱਬ ਦਿੱਤਾ, ਜਿਹਦੇ ਵਿੱਚ ਖੁੱਲ੍ਹਾ ਹੱਥ ਪੈ ਜਾਏ ਪਰ ਜੇ ਉਹਦੀ ਮੁੱਠੀ ਬੰਦ ਕਰੀਏ ਤੇ ਹੱਥ ਨਾ ਨਿਕਲੇ। ਹੁਣ ਬਾਂਦਰ ਨੇ ਉਹਦੇ ਵਿੱਚੋਂ ਚਨੇ ਛੋਲਿਆਂ ਦੇ ਦਾਣੇ ਕੱਢਣ ਵਾਸਤੇ ਆਪਣਾ ਹੱਥ ਵਿੱਚ ਪਾਇਆ। ਜਦੋਂ ਹੱਥ ਪਾਇਆ ਉਦੋਂ ਤਾਂ ਹੱਥ ਖੁੱਲ੍ਹਾ ਸੀ ਤੇ ਹੱਥ ਵਿੱਚ ਐਂਟਰ ਹੋ ਹੀ ਜਾਣਾ ਸੀ। ਜਦੋਂ ਉਹਨੇ ਛੋਲਿਆਂ ਦੀ ਮੁੱਠ ਭਰ ਲਈ ਤੇ ਹੱਥ ਦਾ ਆਕਾਰ ਵੱਧ ਗਿਆ, ਭਾਂਡੇ ਦਾ ਮੂੰਹ ਛੋਟਾ ਸੀ, ਉਹ ਬਾਹਰ ਨਹੀਂ ਨਿਕਲਦਾ। ਹੁਣ ਉਹਦੇ ਅੰਦਰ ਲਾਲਚੀ ਬਿਰਤੀ ਹੈ ਵੀ ਉਹ ਉਹਨਾਂ ਛੋਲਿਆਂ ਦੇ ਦਾਣਿਆਂ ਨੂੰ ਛੱਡਦਾ ਨਹੀਂ। ਜੇ ਤਾਂ ਉਹ ਛੱਡ ਦੇਵੇ ਤੇ ਹੱਥ ਢਿੱਲਾ ਹੋ ਜਾਏ ਤੇ ਹੱਥ ਖੁੱਲ ਜਾਏ ਤੇ ਛੋਟੇ ਭਾਂਡੇ 'ਚ ਉਹਦਾ ਹੱਥ ਬਾਹਰ ਆ ਜਾਏ। ਉਹ ਚਾਹੁੰਦਾ ਵੀ ਜੋ ਮੇਰੇ ਹੱਥ 'ਚ ਆਇਆ ਇਹਨੂੰ ਮੈਂ ਨਾਲ ਹੀ ਕੱਢ ਲਵਾਂ, ਇਹਨੂੰ ਮੈਂ ਛੱਡਾਂ ਨਾ। ਇੰਨੇ ਚਿਰ ਨੂੰ ਜਦੋਂ ਇਸ ਕਸ਼ਮਕਸ਼ ਵਿੱਚ ਉਹ ਹੁੰਦਾ ਹੈ ਵੀ ਮੈਂ ਹੱਥ ਵੀ ਕੱਢਣਾ ਪਰ ਨਾਲ ਇਹ ਦਾਣੇ ਵੀ ਕੱਢਣੇ ਨੇ, ਇਹਨਾਂ ਨੂੰ ਛੱਡਣਾ ਨਹੀਂ ਹੈ, ਉਹਦਾ ਲਾਲਚ ਨਹੀਂ ਛੱਡਦਾ, ਇਸ ਕਰਕੇ ਉਹਦੇ ਕਾਬੂ ਆ ਜਾਂਦਾ। ਫਿਰ ਉਹਨੂੰ ਆਪਣੇ ਹਿਸਾਬ ਨਾਲ ਆਪਣੇ ਤਰੀਕੇ ਨਾਲ ਉਹਨੂੰ ਸਿਖਾਉਂਦਾ ਹੈ, ਫਿਰ ਸਾਰੀ ਉਮਰ ਉਹਦੀ ਗੁਲਾਮੀ ਕਰਦਾ। ਨਾਚਿਓ ਘਰ ਘਰ ਬਾਰ, ਜਿਵੇਂ ਉਹ ਨਚਾਉਂਦਾ ਉਵੇਂ ਨੱਚਦਾ, ਜਿਵੇਂ ਉਹ ਕਹਿੰਦਾ ਉਵੇਂ ਖੇਡ ਤਮਾਸ਼ੇ ਕਰਦਾ। ਸਤਿਗੁਰੂ ਮਹਾਰਾਜ ਉਹੀ ਉਦਾਹਰਣ ਦਿੰਦੇ, ਕਹਿੰਦੇ ਜਿਉਂ ਕੱਪ ਕੇ, ਕੱਪ ਸ਼ਬਦ ਇੱਥੇ ਵਰਤਿਆ ਬਾਂਦਰ ਲਈ, ਇਹਨੂੰ ਮਰਕਟ ਵੀ ਕਿਹਾ। ਜਿਵੇਂ ਬਾਂਦਰ ਦੇ ਕਰ ਹੱਥ ਵਿੱਚ ਮੁਸ਼ਟ ਚਨਣ ਕੀ ਉਹਨੇ ਮੁੱਠੀ ਭਰੀ ਹੋਈ ਹੈ ਚਣਿਆਂ ਦੀ ਛੋਲਿਆਂ ਦੀ, ਲੁਬਧ ਨਾ ਤਿਆਗ ਦਿਓ, ਆਪਣੇ ਲਾਲਚ ਕਰਕੇ ਉਹ ਹੱਥ ਢਿੱਲਾ ਨਹੀਂ ਕਰਦਾ, ਉਹ ਮੁੱਠ ਖੋਲਦਾ ਨਹੀਂ, ਚਣੇ ਛੱਡਦਾ ਨਹੀਂ। ਹਜ਼ੂਰ ਕਹਿੰਦੇ ਨੇ ਜੋ ਜੋ ਕਰਮ ਕੀਏ ਲਾਲਚ ਲੱਗ, ਜਿਹੜਾ ਜਿਹੜਾ ਕਰਮ ਵੀ ਇਸੇ ਤਰ੍ਹਾਂ ਹੀ ਉਸ ਬਾਂਦਰ ਵਾਂਗ ਲਾਲਚ ਕਰਕੇ ਜੀਵ ਕਰਦਾ ਹੈ। ਪਤਾ ਹੋਵੇ ਵੀ ਮੁਸੀਬਤ ਸਿਰ ਦੇ ਉੱਤੇ ਫਿਰ ਵੀ ਲਾਲਚ ਕਰੀ ਜਾਣਾ, ਪਤਾ ਹੋਵੇ ਵੀ ਇਹ ਲਾਲਚ ਮੈਨੂੰ ਫਸਾਏਗਾ, ਮੈਨੂੰ ਕੁਰਾਹੇ ਪਾਏਗਾ, ਮੈਨੂੰ ਤਬਾਹ ਵਾ ਬਰਬਾਦ ਕਰੇਗਾ, ਮੇਰੇ ਮਨ ਔਰ ਸੁਰਤ ਦੀ ਦਸ਼ਾ ਵਿਗਾੜ ਦੇਗਾ, ਮੇਰੇ ਕਰਮ ਨੂੰ ਪਲੀਤ ਕਰ ਦੇਗਾ ਔਰ ਮੇਰਾ ਭਵਿੱਖ ਵੀ ਇਹ ਹਨੇਰੇ 'ਚ ਲੈ ਜਾਏਗਾ, ਮੈਨੂੰ ਕੁਰਾਹੇ ਪਾ ਦੇਗਾ, ਮੈਂ ਅਸਲ ਜੀਵਨ ਜੁਗਤ ਤੋਂ ਖੁੰਝ ਜਾਵਾਂਗਾ। ਇਹਦੇ ਬਾਵਜੂਦ ਵੀ ਬੰਦਾ ਲਾਲਚ ਦੀ ਬਿਰਤੀ ਦੇ ਵਿੱਚ ਮੁਬਤਲਾ ਰਹੇ, ਗ੍ਰਸਤ ਰਹੇ, ਤਾਂ ਉਹ ਉਸ ਬਾਂਦਰ ਦੀ ਮਨੋਸਥਿਤੀ ਵਰਗੀ ਮਨੋਸਥਿਤੀ ਹੈ ਮਨੁੱਖ ਦੀ। ਉਹ ਵੀ ਜਿਵੇਂ ਕੁਝ ਪਲ ਕਸ਼ਮਕਸ਼ ਵਿੱਚ ਰਹਿੰਦਾ ਵੀ ਨਹੀਂ, ਹੱਥ ਵੀ ਕੱਢਣਾ ਪਰ ਨਾਲ ਛੋਲੇ ਵੀ ਕੱਢਣੇ। ਜੋ ਜੋ ਕਰਮ ਕੀਏ ਲਾਲਚ ਲੱਗ, ਹੁਣ ਉਸ ਘੜੀ ਦਾ ਲਾਲਚ ਸਾਰੀ ਉਮਰ ਉਹਦੇ ਗਲ ਪੈ ਜਾਂਦਾ ਕਿ ਉਹ ਮਦਾਰੀ ਦਾ ਗੁਲਾਮ ਬਣ ਕੇ ਫਿਰ ਨੱਚਦਾ, ਨਾਚਿਓ ਘਰ ਘਰ ਬਾਰ, ਉਹਦੇ ਮੁਤਾਬਕ ਖੇਲ ਤਮਾਸ਼ੇ ਕਰਦਾ, ਕਿਤੇ ਆਜ਼ਾਦੀ ਦੀ ਜ਼ਿੰਦਗੀ ਛੱਡ ਕੇ ਗੁਲਾਮੀ 'ਚ ਪੈ ਜਾਂਦਾ। ਮਹਾਰਾਜ ਕਹਿੰਦੇ ਜੋ ਜੋ ਕਰਮ ਕੀਏ ਲਾਲਚ ਲੱਗ, ਇਸੇ ਤਰ੍ਹਾਂ ਜੀਵ ਜਿਹੜਾ ਹੈ ਉਹ ਵੀ ਕੁਝ ਘੜੀ ਦੀ ਲਾਲਚੀ ਬਿਰਤੀ ਕਾਰਨ ਕਈ ਵਾਰ ਸਾਰੀ ਜ਼ਿੰਦਗੀ ਦਾ ਦੁੱਖ ਆਪਣੇ ਸਿਰ ਤੇ ਚੁੱਕ ਲੈਂਦਾ। ਬੜਾ ਪਿਆਰਾ ਨੋਟ ਇਸ ਸ਼ਬਦ ਦੇ ਨਾਲ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਦਿੱਤਾ। ਜਦੋਂ ਅਸੀਂ ਕਿਸੇ ਵਸਤੂ ਦੇ ਲਾਲਚ ਵਿੱਚ ਪਏ, ਸਾਨੂੰ ਪਤਾ ਵੀ ਹੋਵੇ
ਵੀ ਇਹ ਚੀਜ਼ ਜਿਹੜੀ ਹੈ ਮੇਰੇ ਜੀਵਨ ਨੂੰ ਕੁਰਾਏ ਪਾ ਸਕਦੀ, ਮਨ ਨੂੰ ਮੈਲਿਆਂ ਕਰ ਸਕਦੀ ਹੈ ਤੇ ਬੁਰਾ ਕੰਮ ਕਰਨ ਦਾ ਮੇਰੇ ਲਈ ਦਰਵਾਜ਼ਾ ਖੋਲ੍ਹ ਦੇ। ਮੇਰੇ ਲਈ ਪਹਿਲਾ ਸਟੈਪ ਸਾਬਤ ਹੋਏਗੀ ਕੁਰਾਏ ਪੈਣ। ਇੱਕ ਕਦਮ ਜੇ ਮੈਂ ਇਸ ਰਾਹ ਦੇ ਉੱਤੇ ਪੁੱਟ ਲਿਆ ਤੇ ਅਗਲਾ ਕਦਮ ਵੀ ਮੇਰੇ ਅੰਦਰ ਉਤਸੁਕਤਾ ਬਣ ਜਾਣੀ ਹੈ ਵੀ ਮੈਂ ਹੋਰ ਪੁੱਟਾਂ। ਪਹਿਲੀ ਚੋਰੀ ਦੂਜੀ ਚੋਰੀ ਦਾ ਰਾਹ ਪੱਧਰਾ ਕਰਦੀ ਹੈ। ਪਹਿਲੀ ਠੱਗੀ ਦੂਜੀ ਠੱਗੀ ਮਾਰਨ ਦਾ ਰਾਹ ਪੱਧਰਾ ਕਰਦੀ ਹੈ। ਪਹਿਲਾ ਧੋਖਾ ਦੂਜੇ ਧੋਖਿਆਂ ਦਾ ਰਾਹ ਪੱਧਰਾ ਕਰਦਾ ਹੈ। ਪਹਿਲਾ ਗੁਨਾਹ ਦੂਜੇ ਗੁਨਾਹਾਂ ਦਾ ਰਸਤਾ ਬਣਾਉਂਦਾ ਹੈ। ਜਿਵੇਂ ਅਸੀਂ ਪਹਿਲਾ ਪੈਰ ਪੁੱਟਦੇ ਹਾਂ ਤੇ ਫਿਰ ਦੂਜਾ ਪੈਰ ਪੁੱਟਦੇ ਹਾਂ, ਇਸੇ ਤਰੀਕੇ ਨਾਲ ਪਹਿਲਾ ਸਟੈਪ ਹੀ ਸਾਡੀ ਦਿਸ਼ਾ ਨਿਰਧਾਰਿਤ ਕਰ ਦਿੰਦਾ ਵੀ ਅਸੀਂ ਕਿਸ ਪਾਸੇ ਵੱਲ ਜਾਵਾਂਗੇ। ਉਹ ਇੱਕ ਘੜੀ, ਇੱਕ ਵਕਤ, ਇੱਕ ਸਮਾਂ ਹੁੰਦਾ ਜਿੱਥੇ ਜੇ ਜੀਵ ਆਪਣੇ ਆਪ ਨੂੰ ਰੋਕ ਲੈ ਤਾਂ ਉਹਦੀ ਜਿਹੜੀ ਦਸ਼ਾ ਹੈ, ਦਿਸ਼ਾ ਜਿਹੜੀ ਹੈ, ਉਹ ਕੁਰਾਏ ਪੈਣ ਤੋਂ ਬਚ ਜਾਂਦਾ। ਜੇ ਉਹ ਨਾ ਰੋਕ ਸਕਿਆ, ਉਹਨੇ ਪਹਿਲਾ ਪੈਰ ਪੁੱਟ ਲਿਆ, ਫਿਰ ਹੌਲੀ ਹੌਲੀ ਦੂਜਾ ਪੁੱਟਣ ਵਿੱਚ ਆਸਾਨੀ ਹੋ ਜਾਏਗੀ, ਤੀਜਾ, ਚੌਥਾ, ਪੰਜਵਾਂ। ਫਿਰ ਉਹਨੂੰ ਪਤਾ ਹੀ ਨਹੀਂ ਲੱਗਣਾ ਵੀ ਕਿਹੜੇ ਵੇਲੇ ਉਹ ਕੁਕਰਮ, ਉਹ ਪਾਪ, ਉਹ ਗੁਨਾਹ ਉਹਦੀ ਜ਼ਿੰਦਗੀ ਦਾ ਅੰਗ ਤੇ ਹਿੱਸਾ ਬਣ, ਫਿਰ ਉਹਨੂੰ ਚੰਗਾ ਲੱਗਣ ਲੱਗ ਜਾਂਦਾ। ਜਿਵੇਂ ਆਪਾਂ ਉਦਾਹਰਣ ਲਈਏ, ਕੋਈ ਬੰਦਾ ਡਰੱਗ ਕਰਦਾ ਹੈ ਨਾ, ਆਪਾਂ ਉਹਨੂੰ ਜਦੋਂ ਦੂਰੋਂ ਵੇਖਦੇ ਹਾਂ, ਆਪਾਂ ਨੂੰ ਲੱਗਦਾ ਹੈ ਬੰਦਾ ਕਿੰਨਾ ਨਰਕ ਭੋਗ ਰਿਹਾ। ਉਸ ਬੰਦੇ ਉੱਤੇ ਗੁੱਸਾ ਵੀ ਆਉਂਦਾ, ਉਹਦੇ ਉੱਤੇ ਤਰਸ ਵੀ ਆਉਂਦਾ। ਤਰਸ ਉਹਦੀ ਹਾਲਤ ਵੇਖ ਕੇ ਆਉਂਦਾ ਤੇ ਗੁੱਸਾ ਉਹਦੀਆਂ ਆਦਤਾਂ ਵੇਖ ਕੇ ਆਉਂਦਾ। ਉਹਦੀ ਆਦਤ ਨੇ ਉਹਦੀ ਜਿਹੜੀ ਹਾਲਤ ਬਣਾ ਦਿੱਤੀ ਹੈ, ਉਹਦਾ ਇੱਕ ਪਹਿਲੂ ਹੈ ਵੀ ਬੰਦੇ ਨੂੰ ਉਹਦੇ ਤੇ ਤਰਸ ਆਉਂਦਾ ਵੀ ਇਹ ਵੀ ਬੰਦਾ ਕੀ ਜੂਨ ਭੋਗ ਰਿਹਾ, ਕਿਵੇਂ ਨਰਕ ਦਾ ਅਧਿਕਾਰੀ ਬਣਿਆ ਬੈਠਾ। ਇਹਨੂੰ ਕੋਈ ਖਬਰ ਨਹੀਂ, ਕੋਈ ਸਾਰ ਨਹੀਂ, ਕੋਈ ਸੋਝੀ ਨਹੀਂ, ਕੋਈ ਸੁਰਤ ਨਹੀਂ। ਨਾ ਇਹਨੂੰ ਆਪਣੀ ਦੇਹੀ ਦਾ ਖਿਆਲ ਹੈ, ਨਾ ਇਹਨੂੰ ਆਪਣੇ ਮਨ ਦਾ ਖਿਆਲ ਹੈ, ਨਾ ਪਰਿਵਾਰ ਦਾ ਖਿਆਲ ਹੈ, ਨਾ ਸਮਾਜ ਦਾ, ਨਾ ਧਰਮ ਦਾ, ਨਾ ਦੀਨ ਦਾ, ਨਾ ਦੁਨੀਆ ਦਾ। ਇਹ ਵੀ ਕੋਈ ਬੰਦੇ ਦੀ ਜ਼ਿੰਦਗੀ ਹੈ? ਕੀੜਿਆਂ ਸਮਾਨ ਜੀ ਰਿਹਾ। ਉਹ ਜਿਸ ਹਾਲਤ ਵਿੱਚ ਹੈ ਨਾ, ਜਿਸ ਸਿਚੁਏਸ਼ਨ ਵਿੱਚ ਹੈ, ਅਸੀਂ ਉਹਦੇ ਤੇ ਤਰਸ ਕਰਦੇ। ਪਰ ਜਦੋਂ ਉਹਦੀ ਆਦਤਾਂ ਵੇਖਦੇ ਹਾਂ ਤੇ ਆਪਣਾ ਝੱਸ ਪੂਰਾ ਕਰਨ ਲਈ ਝੂਠ ਵੀ ਬੋਲਦਾ, ਠੱਗੀ ਵੀ ਮਾਰਦਾ, ਚੀਜ਼ਾਂ ਵੀ ਚੁੱਕਦਾ, ਚੋਰੀ ਵੀ ਕਰਦਾ, ਇਹਦੇ ਉੱਤੇ ਕਿਸੇ ਦੀ ਸਿਆਣਪ ਦਾ ਅਸਰ ਨਹੀਂ, ਕਿਸੇ ਦੇ ਤਰਲਿਆਂ ਦਾ ਅਸਰ ਨਹੀਂ, ਕਿਸੇ ਦੇ ਗੁੱਸੇ ਦਾ ਅਸਰ ਨਹੀਂ। ਉਦੋਂ ਉਹਦੀ ਢੀਠਤਾਈ ਨੂੰ ਵੇਖ ਕੇ ਬੰਦਾ ਖਿੱਚਦਾ ਵੀ ਹੈ ਵੀ ਇਹਦੀ ਕਿੱਡੀ ਭੈੜੀ ਆਦਤ। ਹੁਣ ਉਹਦੀ ਆਦਤ ਨੇ ਉਹਨੂੰ ਤਰਸ ਦੀ ਹਾਲਤ ਵਿੱਚ ਪਹੁੰਚਾਇਆ। ਪਰ ਜਰਾ ਨੋਟ ਕਰੀਏ, ਅੱਜ ਉਹ ਪੱਕਾ ਡਰੱਗੀ ਹੈ, ਪਰ ਪਹਿਲੀ ਵਾਰ ਜਿਸ ਵੇਲੇ ਉਹਨੇ ਇਹ ਰਾਹ ਚੁਣਿਆ ਸੀ ਨਾ, ਪਹਿਲਾ ਸਟੈਪ ਲਿਆ ਸੀ ਜਿਸ ਦਿਨ, ਹੋ ਸਕਦਾ ਉਸ ਦਿਨ ਉਹਨੇ ਫੁਕਰੇਬਾਜ਼ੀ ਵਿੱਚ ਹੀ ਸਵਾਦ ਲੈਣ ਵਾਸਤੇ, ਕੇਵਲ ਟੇਸਟ ਕਰਨ ਵਾਸਤੇ, ਪਤਾ ਸੀ ਵੀ ਮਾੜੀ ਚੀਜ਼ ਹੈ, ਪਰ ਉਦੋਂ ਉਹਦੇ ਅੰਦਰ ਖਿਆਲ ਹੋਣਾ ਵੀ ਇੰਨੀ ਕੁ ਚੀਜ਼ ਨਾਲ ਕਿਹੜਾ ਮੈਂ ਮਰ ਚੱਲਿਆ, ਇੰਨੇ ਕੁ ਨਾਲ ਕੀ ਹੋਣ ਲੱਗਿਆ, ਮੈਂ ਕਿਹੜਾ ਰੋਜ਼ ਕਰਦਾ। ਬੜੀਆਂ ਦਲੀਲਾਂ ਆਈਆਂ ਹੋਣਗੀਆਂ ਅੰਦਰ, ਬੜੀ ਕਸ਼ਮਕਸ਼ ਹੋਈ ਹੋਏਗੀ ਮਨ ਵਿੱਚ। ਕਦੇ ਖਿਆਲ ਆਇਆ ਹੋਏਗਾ ਵੀ ਨਹੀਂ ਸਹੀ ਨਹੀਂ ਕੰਮ ਹੈ, ਕਦੇ ਆਇਆ ਹੋਗਾ ਫਿਰ ਕਿਹੜੀ ਗੱਲ ਹੈ, ਕੁੱਲ ਦੁਨੀਆ ਹੀ ਕਰਦੀ, ਮੈਂ ਕਿਹੜਾ ਰੋਜ਼ ਕਰਨਾ। ਅੰਦਰ ਇੱਕ ਖਿੱਚੋਤਾਣ ਚੱਲਦੀ ਰਹੀ ਹੋਏਗੀ ਦੋਨਾਂ ਵਿਚਾਰਾਂ ਦੇ ਵਿੱਚ, ਨੈਗੇਟਿਵ ਤੇ ਪੋਜ਼ਿਟਿਵ ਦੇ ਵਿੱਚ। ਜਦੋਂ ਉਹ ਸਟੈਪ ਲੈ ਗਿਆ, ਫਿਰ ਉਹਨੂੰ ਦੂਜਾ ਸਟੈਪ ਪੁੱਟਣਾ ਸੌਖਾ। ਫਿਰ ਅਗਲੀ ਵਾਰ ਖਿਆਲ ਹੈ ਪਿਛਲੀ ਵਾਰ ਵੀ ਕੀਤਾ ਸੀ, ਏਡੀ ਕਿਹੜੀ ਗੱਲ ਹੈ। ਦੂਜੇ ਨੇ ਤੀਜਾ, ਤੀਜੇ ਨੇ ਚੌਥਾ, ਇਵੇਂ ਉਹ ਪਲਾਂਘਾਂ ਪੁੱਟਦਾ ਪੁੱਟਦਾ ਇੱਥੋਂ ਤੱਕ ਪਹੁੰਚ ਗਿਆ। ਸਫਰ ਹੋ ਗਿਆ, ਦਿਸ਼ਾ ਨਿਰਧਾਰਿਤ ਹੋ ਗਈ। ਗਰੀਬ ਨਵਾਜ਼ ਇਹਨੂੰ ਕਹਿੰਦੇ ਨੇ, ਜੋ ਜੋ ਕਰਮ ਕੀਏ ਲਾਲਚ ਲੱਗ। ਇਸੇ ਤਰ੍ਹਾਂ ਅਸੀਂ ਉਸ ਬਾਂਦਰ ਵਾਂਗ, ਉਹਦੀ ਦਸ਼ਾ ਵਾਂਗ, ਜਦੋਂ ਅਸੀਂ ਕੋਈ ਕਾਰਜ ਐਸਾ ਕਰਦੇ ਹਾਂ, ਉਸ ਕੰਮ ਨਾਲ ਫਿਰ ਸਾਡਾ ਮੋਹ ਵੀ ਪੈ ਜਾਂਦਾ ਹੈ, ਉਹਦੇ ਨਾਲ ਅਟੈਚਮੈਂਟ ਬਣ ਜਾਂਦੀ, ਉਹ ਆਦਤ ਸਾਡੀ ਪੱਕ ਜਾਂਦੀ ਹੈ। ਫਿਰ ਅਸੀਂ ਉਹਦੇ ਮੁਤਾਬਕ ਹੀ ਰਿੜਦੇ ਔਰ ਤੁਰਦੇ ਰਹਿੰਦੇ ਹਾਂ। ਉਹ ਕੰਮ ਸਾਡੇ ਗਲ ਪੈ ਜਾਂਦਾ ਹੈ, ਸਮਝੋ। ਉਹ ਕੰਮ ਜਿਹੜਾ ਹੈ ਉਹ ਸਾਡੇ ਗਲ ਪੈ ਜਾਂਦਾ। ਫਿਰ ਗਰੈ ਪਰਿਓ, ਗਲ ਪੈ ਗਿਆ, ਯਾਨੀ ਕਿ ਉਹ ਸਾਡਾ ਆਪਣਾ ਬਣ ਗਿਆ।
ਉਹਦੇ ਨਾਲ ਅਟੈਚਮੈਂਟ ਤੇ ਮੋਹ ਬਣ ਗਿਆ, ਉਹ ਪਾਰਟ ਆਫ ਲਾਈਫ ਬਣ ਗਿਆ। ਫਿਰ ਬੜੀ ਪਿਆਰੀ ਉਦਾਹਰਨ ਦਿੰਦੇ, ਕਹਿੰਦੇ ਜਿਉਂ ਉਦਿਆਨ ਕੁਸਮ ਪਰ ਫੁੱਲਿਤ ਕਿਨੈ ਨਾ ਘਰਾਓ ਲਿਓ। ਉਦਿਆਨ ਜੰਗਲ ਨੂੰ ਕਹਿੰਦੇ ਨੇ, ਬੀਆਬਾਨ ਉਜਾੜ ਵਿੱਚ, ਕਹਿੰਦੇ ਬੜਾ ਸੁਗੰਧੀ ਵੰਡਣ ਵਾਲਾ ਇੱਕ ਫੁੱਲ ਸੀ ਉਜਾੜ ਬੀਆਬਾਨ ਦੇ ਵਿੱਚ, ਐਨ ਖਿੜਿਆ ਹੋਇਆ ਤੇ ਸੁਗੰਧੀ ਵੰਡ ਰਿਹਾ, ਪਰ ਉੱਥੇ ਕੋਈ ਵੀ ਉਹਦੀ ਸੁਗੰਧੀ ਮਾਨਣ ਵਾਲਾ ਨਹੀਂ ਸੀ। ਫੁੱਲ ਬੜਾ ਖੂਬਸੂਰਤ ਹੈ, ਸੁਹੱਪਣ ਬੜਾ ਆਲਾ ਹੈ, ਤੇ ਸੁਗੰਧੀ ਬੜੀ ਬਖੇਰ ਰਿਹਾ, ਵੰਡ ਰਿਹਾ। ਆਮ ਬਗੀਚੇ ਵਿੱਚ ਲੋਕ ਘੁੰਮਣ ਜਾਂਦੇ ਨੇ, ਜਿਸ ਵੇਲੇ ਪਾਰਕ ਵਿੱਚ ਜਾਂਦੇ ਨੇ ਤੇ ਉੱਥੇ ਫੁੱਲਾਂ ਦੀ ਮਹਿਕ ਲੈਂਦੇ ਨੇ, ਉਹਨਾਂ ਦੀ ਸਮੈਲ ਲੈਂਦੇ ਨੇ, ਉਹਨਾਂ ਦੀ ਖੁਸ਼ਬੂ ਮਾਣਦੇ ਨੇ, ਤੇ ਉਹੀ ਬੜਾ ਖੂਬਸੂਰਤ ਫੁੱਲ ਬੜੀ ਸੁਗੰਧੀ ਵਾਲਾ ਉਜਾੜ ਬੀਆਬਾਨ ਦੇ ਵਿੱਚ ਖਿੜਿਆ ਹੋਵੇ ਤੇ ਉੱਥੇ ਕੋਈ ਵੀ ਨਾ ਹੋਵੇ ਉਹਦੀ ਸੁਗੰਧੀ ਮਾਨਣ ਵਾਲਾ, ਤੇ ਨਾ ਹੀ ਉਹਦੇ ਰੂਪ ਨੂੰ ਵੇਖ ਕੇ ਉਹਦੀ ਕੋਈ ਸਿਫਤ ਕਰਨ ਵਾਲਾ। ਉੱਥੇ ਉਹ ਖਿੜਦਾ ਵੀ ਹੈ, ਮੌਲਦਾ ਵੀ ਹੈ, ਸੁਗੰਧੀ ਵੀ ਬਖੇਰਦਾ ਤੇ ਵੰਡਦਾ, ਪਰ ਕੋਈ ਸੁਗੰਧੀ ਨੂੰ ਮਾਨਣ ਵਾਲਾ ਉੱਥੇ ਨਹੀਂ। ਗਰੀਬ ਨਵਾਜ਼ ਕਹਿੰਦੇ ਠੀਕ ਇਸੇ ਤਰ੍ਹਾਂ ਪੈਸੇ ਭ੍ਰਮਤ ਅਨੇਕ ਜੋਨ ਮਹਿ ਫਿਰ ਕਾਲ ਹੈ। ਹੇ ਮਨੁੱਖ, ਉਸ ਫੁੱਲ ਦੀ ਸੁੰਦਰਤਾ ਤੇ ਸੁਗੰਧੀ ਜਿਵੇਂ ਮਾਨਣ ਵਾਲੇ ਤੋਂ ਅਣਡਿੱਠ ਤੇ ਅਸ਼ੋਪਲੀ ਰਹਿ ਜਾਂਦੀ ਹੈ, ਇਸੇ ਤਰ੍ਹਾਂ ਹੇ ਮਨੁੱਖ ਤੇਰਾ ਆਪਣਾ ਜੀਵਨ ਵੀ ਗਵਾਚਾ ਜਿਹਾ ਲੱਗਦਾ ਹੈ। ਤੂੰ ਕਿਉਂਕਿ ਹੋਰ ਬਿਰਤੀਆਂ ਵਿੱਚ ਹੀ ਭਟਕਦਾ ਰਹਿੰਦਾ ਹੈ, ਤੂੰ ਪਸ਼ੂ ਬਿਰਤੀਆਂ 'ਚ ਭਟਕਦਾ ਹੈ, ਵਾਸ਼ਨਾਵਾਂ 'ਚ ਭਟਕਦਾ ਹੈ। ਤੇਰੀ ਆਪਣੀ ਜਿਹੜੀ ਅੰਦਰ ਆਤਮਿਕ ਤਾਜ਼ਗੀ ਹੈ, ਜਿਹੜਾ ਤੇਰੇ ਅੰਦਰ ਦਾ ਆਨੰਦ ਹੈ, ਉਹ ਮਾਨਣ ਤੋਂ ਤੂੰ ਉਵੇਂ ਹੀ ਵਿਰਵਾ ਰਹਿ ਜਾਂਦਾ ਜਿਵੇਂ ਉਦਿਆਨ ਵਿੱਚ, ਜੰਗਲ ਵਿੱਚ ਖਿੜੇ ਹੋਏ ਫੁੱਲ ਦੀ ਸੁਗੰਧੀ ਮਾਨਣ ਵਾਲਾ ਕੋਈ ਮਨੁੱਖ ਨੇੜੇ ਤੇੜੇ ਨਹੀਂ ਹੁੰਦਾ। ਹਾਂ, ਅਸੀਂ ਪਰਮੇਸ਼ਰ ਦਾ ਅੰਸ਼, ਪਰ ਸਾਨੂੰ ਆਪਣੇ ਆਪ ਦੀ ਖਬਰ ਕੋਈ ਨਹੀਂ। ਸਾਡਾ ਅੰਤਰ ਆਤਮਾ ਜਿਹੜਾ ਹੈ ਉਹ ਗਵਾਚਾ ਹੋਇਆ ਹੈ। ਸਾਡੇ ਅੰਦਰ ਦਾ ਸਹਿਜ ਤਵਾਜਨ, ਸਾਡੇ ਅੰਦਰ ਦਾ ਆਨੰਦ, ਖੇੜਾ ਤੇ ਵਿਗਾਸ ਲੁਪਤ ਹੋ ਗਿਆ, ਢੱਕਿਆ ਗਿਆ, ਅਸ਼ੋਪੜਾ ਤੇ ਡਿੱਠ ਰਹਿ ਗਿਆ, ਕਿਉਂਕਿ ਅਸੀਂ ਆਪਣੀ ਅਸਲ ਬਿਰਤੀ ਤਿਆਗ ਕੇ, ਆਪਣੇ ਅਸਲੇ ਦੀ ਪਛਾਣ ਕੀਤੇ ਬਿਨਾਂ ਅਸੀਂ ਕਿੱਥੇ ਗਵਾਚੇ ਰਹੇ? ਪਸ਼ੂ ਬਿਰਤੀਆਂ ਵਿੱਚ, ਵਿਸ਼ੇ ਵਿਕਾਰਾਂ ਦੀ ਵਾਸ਼ਨਾ ਵਿੱਚ, ਮੰਦੇ ਖਿਆਲਾਂ ਔਰ ਮੰਦੇ ਅਮਲਾਂ ਵਿੱਚੋਂ ਅਸੀਂ ਚਸਕੇ ਭਾਲਦੇ ਰਹੇ। ਫਿਰ ਕਾਲ ਹੈ, ਤੇ ਉਹ ਕੰਮ ਜਿਹੜੇ ਸਾਨੂੰ ਸਾਨੂੰ ਆਤਮਿਕ ਮੌਤ, ਸਾਨੂੰ ਅੰਦਰੋਂ ਖਤਮ ਕਰਨ ਦਾ ਕਾਰਨ ਬਣਦੇ ਰਹੇ। ਅਗਲੀ ਉਦਾਹਰਣ ਵਿੱਚ ਬਖਸ਼ਿਸ਼ ਕਰਦੇ, ਇਹ ਆ ਧਨ ਜੋਬਨ, ਇਹ ਜਿਹੜਾ ਧਨ ਦੌਲਤ ਹੈ ਸਾਡੇ ਕੋਲ, ਜੋਬਨ ਜਵਾਨੀ ਹੈ, ਤਾਕਤ ਹੈ, ਸੁਹੱਪਣ ਹੈ ਜਿਹੜਾ ਸਾਡੇ ਕੋਲ, ਅਰ ਸੁਤ ਧਾਰਾ, ਬੱਚੇ ਹਨ, ਪਤਨੀ ਹੈ, ਔਰਤ ਹੈ, ਰਿਸ਼ਤੇ ਨਾਤੇ ਹਨ, ਭੀਖਣ ਕਉ ਜੋ ਦਿਓ। ਕਬੀਰ ਜੀ ਮਹਾਰਾਜ ਕਹਿੰਦੇ ਵਾਹਿਗੁਰੂ ਨੇ ਤੈਨੂੰ ਇਹ ਸਾਰਾ ਕੁਝ ਵੇਖਣਾ ਨਸੀਬ ਕੀਤਾ ਹੈ, ਤੈਨੂੰ ਇਹ ਸਾਰੀਆਂ ਕੁਝ ਬਖਸ਼ਿਆ, ਧਨ ਦੌਲਤ ਬਖਸ਼ੀ, ਜੀਵਨ ਜਵਾਨੀ, ਸੁਹੱਪਣ, ਬਲ, ਤਾਕਤ ਬਖਸ਼ਿਆ, ਰਿਸ਼ਤੇ ਨਾਤੇ ਤੇ ਪਰਿਵਾਰ ਬਖਸ਼ਿਆ, ਪਰ ਕਹਿੰਦੇ ਨੇ ਤਿੰਨ ਹੀ ਮਾਹੇ ਅਟਕ ਝੂਰ ਜੇ, ਪਰ ਤੂੰ ਕੇਵਲ ਇੰਨੀ ਚੀਜ਼ ਵਿੱਚ ਅਟਕ ਗਿਆ ਵੀ ਇਹ ਸਾਰਾ ਕੁਝ ਮੇਰਾ ਹੈ ਤੇ ਇਵੇਂ ਹੀ ਰਹੇਗਾ। ਤੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਵੀ ਮੈਂ ਖੁਦ ਜੀਰਣ ਤੇ ਪੁਰਾਣਾ ਤੇ ਕਮਜ਼ੋਰ ਹੁੰਦਾ ਜਾ ਰਿਹਾ, ਉਮਰ ਦੇ ਲਿਹਾਜ਼ ਨਾਲ, ਬੱਚੇ ਵੀ ਵੱਡੇ ਹੋ ਰਹੇ ਨੇ, ਇਹਨਾਂ ਦੀ ਵੀ ਉਹ ਹਾਲਤ ਹੋਏਗੀ, ਬਾਕੀ ਰਿਸ਼ਤਿਆਂ ਦੀ ਵੀ ਹੋਏਗੀ। ਤੂੰ ਸਫ਼ਰ ਨਹੀਂ ਵੇਖ ਰਿਹਾ ਜ਼ਿੰਦਗੀ ਕਿਸ ਪਾਸੇ ਕਰ ਰਹੀ, ਤੂੰ ਅਟਕ ਗਿਆ। ਅਟਕਣ ਦਾ ਮਤਲਬ ਸੀ ਵੀ ਤੂੰ ਇਹਨਾਂ ਚੀਜ਼ਾਂ ਨੂੰ ਵਾਹਿਗੁਰੂ ਦੀ ਦਾਤ ਸਮਝਣ ਦੀ ਬਜਾਏ ਇਹਨਾਂ ਨੂੰ ਇਵੇਂ ਸਮਝਿਆ ਵੀ ਇਹ ਸਾਰਾ ਕੁਝ ਮੇਰੇ ਸਿਰ ਤੇ ਹੀ ਹੈ ਤੇ ਇਹ ਇਵੇਂ ਹੀ ਰਹਿਣਾ ਹੈ, ਇਸ ਵਾਸਤੇ ਮੈਂ ਚਾਹੇ ਝੂਠ ਬੋਲਾਂ, ਠੱਗੀ ਮਾਰਾਂ, ਕਿਸੇ ਦਾ ਧਨ ਚੋਰੀ ਕਰਾਂ, ਧੋਖੇ ਜ਼ਾਲ ਸਾਜ਼ੀਆਂ ਕਰਾਂ, ਵੀ ਸਭ ਜਾਇਜ਼ ਹੀ ਹੈ। ਤੂੰ ਇਸ ਤਰ੍ਹਾਂ ਸੋਚਿਆ, ਤੂੰ ਇਵੇਂ ਅਟਕ ਗਿਆ ਇਹਨਾਂ ਵਿੱਚ। ਹੋਇਆ ਕਿ ਇੰਦਰੀ ਪ੍ਰੇਰ ਲਿਓ, ਤੇ ਇੰਦਰੀਆਂ ਨੇ ਤੈਨੂੰ ਗਲਤ ਪਾਸੇ ਪ੍ਰੇਰ ਲਿਆ। ਅੱਖਾਂ ਕੁਰਾਏ ਪੈ ਗਈਆਂ, ਕੰਨਾਂ ਨਾਲ ਤੂੰ ਹੋਰ ਸੁਣਨਾ, ਯਾਨੀ ਕਿ ਸਾਰੇ ਗਿਆਨ ਇੰਦਰੇ ਜਿਹੜੇ ਇਹਨਾਂ ਨਾਲ ਤੂੰ ਵਾਸ਼ਨਾ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਫਿਰ ਫਰਮਾਉਂਦੇ ਨੇ ਔਦ ਅਨਲ, ਔਦ ਦਾ ਅਰਥ ਉਮਰ, ਸਮਾਂ, ਅਨਲ ਕਹਿੰਦੇ ਹਨ ਅੱਗ ਨੂੰ।
ਤਨ ਤਿੰਨ ਕੋ ਮੰਦਰ, ਤਿੰਨ ਦਾ ਮਤਲਬ ਤ੍ਰਿਣ, ਕੱਖਾਂ ਦਾ ਮੰਦਰ, ਕੱਖਾਂ ਦੀ ਕੁੱਲੀ ਹੈ ਸਰੀਰ। ਬੜਾ ਪਿਆਰਾ ਦ੍ਰਿਸ਼ਟਾਂਤ ਹੈ। ਕਹਿੰਦੇ ਜਿਹੜਾ ਸਰੀਰ ਹੈ ਨਾ, ਇਹ ਸਮਝੋ ਕੱਖਾਂ ਦੀ ਕੁੱਲੀ ਹੈ, ਤੇ ਜਿਹੜਾ ਸਮਾਂ ਹੈ ਉਹ ਅੱਗ ਹੈ। ਜਿਵੇਂ ਕੱਖਾਂ ਦੀ ਕੁੱਲੀ ਛਪਰੀ ਨੂੰ ਅੱਗ ਲੱਗ ਜਾਏ, ਥੋੜੇ ਥੋੜੇ ਕਰਕੇ ਕੱਖ ਜਿਹੜੇ ਨੇ ਉਹ ਸੜਦੇ ਜਾਣ ਤੇ ਕੀ ਹੋਏਗਾ? ਹੌਲੀ ਹੌਲੀ ਅੱਗ ਉਸ ਕੱਖਾਂ ਦੀ ਛਪਰੀ ਨੂੰ ਆਪਣੀ ਲਪੇਟ 'ਚ ਲੈ ਲਏਗੀ ਤੇ ਸਾੜ ਕੇ ਸੁਆਹ ਕਰ ਦੇਗੀ। ਸਰੀਰ ਮਾਨੋ ਕੱਖਾਂ ਦੀ ਕੁੱਲੀ ਹੈ, ਤੇ ਜਿਹੜਾ ਸਮਾਂ ਹੈ ਕਿ ਇੱਕ ਪਲ ਸਾਡੀ ਜ਼ਿੰਦਗੀ ਦਾ ਜਿਹੜਾ ਜਾ ਰਿਹਾ, ਸਮਝੋ ਇਹ ਅੱਗ ਲੱਗੀ ਹੋਈ ਹੈ ਕੱਖਾਂ ਦੀ ਕੁੱਲੀ ਨੂੰ। ਇਹ ਸਰੀਰ ਰੂਪੀ ਕੱਖਾਂ ਦੀ ਕੁੱਲੀ ਨੇ, ਛਪਰੀ ਨੇ ਬਚਣਾ ਨਹੀਂ। ਸਮੇਂ ਨੇ ਇਸ ਨੂੰ ਖਾ ਜਾਣਾ ਹੈ, ਸਮੇਂ ਨੇ ਇਸ ਨੂੰ ਸਾੜ ਦੇਣਾ ਹੈ, ਸਮੇਂ ਨੇ ਇਹਦੀ ਹੋਂਦ ਖਤਮ ਕਰ ਦੇਣੀ। ਔਦ ਅਨਲ ਤਨ ਤਿੰਨ ਕੋ ਮੰਦਰ, ਚੌਂ ਦਿਸ਼ ਠਾਠ ਠਇਓ। ਠਾਠ ਦਾ ਅਰਥ ਹੁੰਦਾ ਬਣਤਰ, ਬਣੀ ਹੋਈ ਹੈ, ਠਇਓ। ਕਬੀਰ ਜੀ ਮਹਾਰਾਜ ਕਹਿੰਦੇ ਇਕੱਲਾ ਮੈਂ ਹੀ ਨਹੀਂ ਜਾਂ ਤੁਸੀਂ ਨਹੀਂ, ਚਾਰ ਸਾਰੇ ਪਾਸੇ ਕੁਦਰਤ ਦਾ ਨਿਯਮ ਹੀ ਹੈ, ਬਣਤਰ ਹੀ ਇਹ ਹੈ ਸੰਸਾਰ ਦੀ। ਵੀ ਵਕਤ ਦੇ ਵਿੱਚੋਂ ਕੋਈ ਚੀਜ਼ ਪੈਦਾ ਹੁੰਦੀ ਹੈ ਤੇ ਵਕਤ ਹੌਲੀ ਹੌਲੀ ਉਹਨੂੰ ਪੁਰਾਣੀ ਕਰ ਦਿੰਦਾ, ਤੇ ਉਹ ਚੀਜ਼ ਸਮੇਂ 'ਚ ਹੀ ਗਵਾਚ ਜਾਂਦੀ ਹੈ, ਉਹਦਾ ਨਾਮੋ ਨਿਸ਼ਾਨ ਹੀ ਮਿਟ ਜਾਂਦਾ। ਜਿਵੇਂ ਪਹਿਲੀਆਂ ਚੀਜ਼ਾਂ ਨਹੀਂ ਰਹੀਆਂ, ਕੁਝ ਦਾ ਸਾਨੂੰ ਪਤਾ ਹੈ ਤੇ ਕੁਝ ਦਾ ਪਤਾ ਹੀ ਨਹੀਂ, ਹੋਈਆਂ ਵੀ ਕਿ ਨਹੀਂ ਹੋਈਆਂ। ਇਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ ਸਾਡੇ ਨਾਲ ਹੋਏਗਾ, ਹੋ ਰਿਹਾ। ਪਲ ਪਲ, ਘੜੀ ਘੜੀ, ਵੇਲਾ ਵਕਤ ਸਾਡੇ ਸਰੀਰ ਨੂੰ ਹੌਲੀ ਹੌਲੀ ਪੁਰਾਣਾ ਕਰੀ ਜਾਂਦਾ ਹੈ, ਤੇ ਹੌਲੀ ਹੌਲੀ ਸਮੇਂ ਨੇ ਸਾਨੂੰ ਮਿਟਾ ਦੇਣਾ ਹੈ, ਤੇ ਸਾਡੀ ਹੋਂਦ ਹਸਤੀ ਵੀ ਨਹੀਂ ਰਹਿਣੀ। ਇਹ ਬਣਤਰ ਤਾਂ ਸਾਰੇ ਪਦਾਰਥਾਂ ਤੇ ਸਾਰਿਆਂ ਤੇ ਨਿਯਮ ਲਾਗੂ ਹੁੰਦਾ। ਕਬੀਰ ਜੀ ਮਹਾਰਾਜ ਕਹਿੰਦੇ ਆ ਉਪਰੋਕਤ ਸਾਰੇ ਬਚਨਾਂ ਨੂੰ ਵਿਚਾਰ ਕੇ ਕਹੋ ਕਹਿ ਕਬੀਰ ਭੈ ਸਾਗਰ ਤਰਨ ਕਹੋ। ਹੇ ਕਬੀਰ, ਆ ਕੇ ਸੰਸਾਰ ਰੂਪੀ ਵਿਸ਼ੇ ਵਿਕਾਰਾਂ ਦਾ ਸਮੁੰਦਰ ਤਰਨ ਲਈ ਨਾ, ਵਿਸ਼ੇ ਵਿਕਾਰਾਂ ਤੇ ਵਾਸ਼ਨਾ ਰੂਪੀ ਸਮੁੰਦਰ ਤੋਂ ਪਾਰ ਹੋਣ ਲਈ ਮੈਂ ਕਾਰਜ ਕੀਤਾ, ਇੱਕ ਯਤਨ ਕੀਤਾ, ਮੈਂ ਸਤਿਗੁਰ ਓਟ ਲਿਓ। ਮੈਂ ਕੇਵਲ ਸੱਚੇ ਸਤਿਗੁਰੂ ਦਾ ਸਹਾਰਾ ਤੱਕਿਆ। ਹੇ ਮੇਰੇ ਸੱਚੇ ਸਤਿਗੁਰੂ, ਤੂੰ ਹੀ ਮੈਨੂੰ ਬਚਾਉਣ ਵਾਲਾ ਹੈ, ਤੂੰ ਹੀ ਕਿਰਪਾ ਕਰਨ ਵਾਲਾ ਹੈ। ਮੈਨੂੰ ਭਗਤੀ ਸਾਧ ਸੰਗਤ ਦੀ ਦਾਤ, ਭਗਵਾਨ ਭਜਨ ਦਾ ਇਹ ਕੀਮਤੀ ਸਰਮਾਇਆ ਬਖਸ਼ ਕੇ ਤੂੰ ਮੈਨੂੰ ਇਹਨਾਂ ਲਾਲਚੀ ਬਿਰਤੀ, ਮੋਹ ਵਸ, ਗੁਨਾਹਗਾਰ ਬਣਨ ਵਾਲੇ ਰਾਹ ਤੋਂ ਤੂੰ ਹੀ ਰੋਕ ਸਕਦਾ ਹੈ, ਤੂੰ ਹੀ ਮੈਨੂੰ ਬਚਾ ਸਕਦਾ ਹੈ। ਤੇਰੀ ਕਿਰਪਾ ਨਾਲ ਹੀ ਮੇਰੇ ਅੰਦਰ ਇਹ ਅਹਿਸਾਸ ਤੇ ਚੇਤਾ ਆ ਸਕਦਾ ਹੈ ਵੀ ਜੀਵਨ ਕਿਸ ਦਿਸ਼ਾ ਵੱਲ ਤੁਰ ਰਿਹਾ। ਗਰੀਬ ਨਵਾਜ਼ ਕਿਰਪਾ ਕਰਨ। ਸ਼ਬਦ ਦਾ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ 'ਚ ਵਸੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਗੁਰੂ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।